ਇਹਦਾ ਕਿੰਨੇ ਪਰਸੈਂਟ ਆਖਿਆ ਸੀ 50% ਇਹਦਾ 25% ਇਹਦਾ ਪੁਆਇੰਟ ਹੈ ਨਾਮ ਨਹੀਂ ਹੁੰਦਾ ਇਹਨੂੰ ਸਿੰਪਲੀ ਕਰਨ ਵਾਸਤੇ ਆਪਾਂ ਰੇਸ਼ੋ ਵੀ ਸਿੰਪਲ ਕਰਨੀ ਕੀ ਬਣਾਈਏ ਰੇਸ਼ੋ बोलो 20 से मल्टीप्लाई कर 50 ਨਾਲ ਕਰਨਾ 4 ਨਾਲ ਕਰਾਂਗੇ ਤਾਂ ਵੀ ਹੋਊਗਾ ਤੁਹਾਡਾ मैंने तो 20 से कर दिया सर 20 ਨਾਲ ਕਰ ਲਓ 4 ਨਾਲ ਵੀ ਕਰ ਲਓਗੇ ਤਾਂ ਵੀ ਹੋਊਗਾ 20 ਨਾਲ ਕਰ ਲਓਗੇ ਤਾਂ ਵੀ ਇਕੁਅਲ 20 ਨਾਲ ਕਰ ਲੈਣਾ ਸਾਰੇ ਦੀ ਸਾਰੀ ਰੇਸ਼ੋ ਨੂੰ ਮੈਂ 20 ਨਾਲ ਗੁਣਾ ਕਰ ਦਿੰਦਾ ਇਹ ਕਿੰਨਾ ਹੋ ਗਿਆ ਆਪਣੇ ਕੋਲ 60 60 ਆ ਕਿੰਨਾ ਹੋ ਗਿਆ 100 80 ਆ ਕਿੰਨਾ ਹੋ ਗਿਆ 80 ਆਈ ਦਾ ਲਿਖੀ ਸਾਰੀ ਦੀ ਸਾਰੀ ਰੇਸ਼ੋ ਨੂੰ 20 ਨਾਲ ਗੁਣਾ ਕਰਤੀ ਹੋਰ ਵੀ ਨੰਬਰ ਨਾਲ ਕਰ ਸਕਦੇ ਕਿਸੇ ਨਾਲ ਵੀ ਕਰ ਸਕਦੇ ਬਸ ਆਪਾਂ ਕਰਨੀ ਕੈਲਕੂਲੇਸ਼ਨ ਹੀ ਕਰਨੀ ਆਪਾਂ ਨੂੰ ਘੱਟ ਤੋਂ ਘੱਟ ਪੁਆਇੰਟ ਆ ਜਾਵੇ ਤਾਂ 60 ਦਾ 50% 60 ਦਾ ਅੱਧਾ ਕਿੰਨਾ ਹੁੰਦਾ ਹੈ 100 ਦਾ 25% 25 80 ਦਾ 75% 80 ਦਾ 75 3/4 ਹੁੰਦਾ ਹੈ 3/4 ਗ੍ਰਾਮ ਕਿੰਨਾ ਹੋਊਗਾ 60 ਹੋਊਗਾ ਇਹਨਾਂ ਦਾ ਟੋਟਲ ਕਰੀਏ ਟੋਟਲ ਹੀ ਦਿੱਤਾ ਸੀ ਆਪਾਂ ਨੂੰ ਕਿ ਡਿਫਰੈਂਸ ਟੋਟਲ ਦਿੱਤਾ ਤਾਂ ਕਿੰਨਾ ਆ ਗਿਆ ਇਹ 115 ਇਹ ਆ ਗਿਆ 55 ਤੇ 115 ਆਪਾਂ ਨੂੰ ਕੁਐਸਚਨ ਕਿੰਨਾ ਦਿੱਤਾ ਹੈ 184 184 सर एक यूनिट ਦੀ ਵੈਲਿਊ ਹੋਗੀ 184 ਬਟਾ 115 ਆਪਾਂ ਨੂੰ ਕੀ ਪੁੱਛਿਆ ਉਹਨਾਂ ਨੇ ਡਿਫਰੈਂਸ ਪੁੱਛਿਆ ਨਾ ਕਿੰਨਾ ਕਿੰਨਾ ਪੁੱਛਿਆ A ਤੇ C ਦਾ A ਤੇ C ਦਾ ਇੱਥੋਂ ਘਟਾ ਕਿੰਨਾ ਹੋਊਗਾ 80 60 ਕਿੰਨਾ ਆਜੂਗਾ 20 ਤਾਂ 20 ਯੂਨਿਟ ਦੀ ਵੈਲਿਊ ਮੈਂ ਕੱਢਣੀ ਹੈ 20 ਨਾਲ ਗੁਣਾ ਕਰ ਦੋ ਕੱਟਾਂਗੇ ਆਜੂ 4 ਆਜੂਗਾ ਕਿੰਨਾ ਆਜੂਗਾ 23 ਇਹ ਜਾਜੂਗਾ 8 ਹੀ ਜਾਜੂਗਾ सर ये काट रहे थे 8 ही जाजूगा 8 चुका कितना आजूगा दोबारा रिपीट कर देना नोट कर लो चाहिए कंजम्पशन ते एक्सपेंडिचर तीन वर्ड मतलब समझ लो तीनों ना यस सर प्राइस कंजम्पशन ते एक्सपेंडिचर प्राइस की होता है फ्री हो गया मैं कल कहा मैं कोई चीज हैगी है 150 रुपए किलो है 150 रुपए किलो है मैं ले आया 6 किलो चीज ले आया तब मेरा खर्चा कितना आया टोटल 150 रुपए किलो चीज है 6 किलो चीज ले आया कितने रुपए खर्चा होया 900 कितना आया 900 आया 900 रुपया खर्चा आया किवें आया 900 रुपया मल्टीप्लाई किनू मल्टीप्लाई किया प्राइस कंजम्पशन प्राइस ਤੇ ਕੰਜ਼ੰਪਸ਼ਨ ਨੂੰ ਗੁਣਾ ਕਰਕੇ ਆਪਣੇ ਕੋਲ ਕੀ ਆ ਗਿਆ ਖਰਚਾ ਮਤਲਬ ਕਿ ਆਪਾਂ ਨੂੰ ਚੀਜ਼ ਪਤਾ ਲੱਗ ਗਈ ਜਦੋਂ ਵੀ ਆਪਾਂ ਕਿਸੇ ਮੁੱਲ ਨੂੰ ਖਪਤ ਦੇ ਨਾਲ ਗੁਣਾ ਕਰਦੇ ਆ ਤਾਂ ਆਪਣੇ ਕੋਲ ਕੀ ਆਉਂਦਾ ਟੋਟਲ ਖਰਚਾ ਆਈ ਗੱਲ ਹੁੰਦੀ ਹੁਣ ਤਾਂ ਇਹਦੇ ਭੁੱਲ ਗਏ ਫਾਰਮੂਲਾ ਕੀ ਹੈ ਪ੍ਰਾਈਸ ਗੁਣਾ ਕੰਜ਼ੰਪਸ਼ਨ ਬਰਾਬਰ ਕੀ ਹੁੰਦਾ ਐਕਸਪੈਂਡੀਚਰ ਮੁੱਲ ਗੁਣਾ ਖਪਤ ਬਰਾਬਰ ਕੀ ਹੁੰਦਾ ਖਰਚਾ ਹੁੰਦਾ ਉਹਨਾਂ ਦੇ ਤੋਂ ਰਿਲੇਟਡ ਤਿੰਨ ਫਾਰਮੂਲੇ ਦੇ ਤਿੰਨੋਂ ਯਾਦ ਕਰਦੇ ਆ ਆਪਾਂ ਟ੍ਰਾਇੰਗਲ ਬਣਾ ਕੇ ਉਹਦੇ ਵਿੱਚ ਆਪਾਂ ਟੀ ਬਣਾ ਲਈ ट्रायंगल ਵਿੱਚ ਕੀ ਬਣਾ ਲਈ ਤਾਂ ਇਹਨਾਂ ਤਿੰਨਾਂ ਤੋਂ ਵੱਡੀ ਕੀ ਚੀਜ਼ ਹੈਗੀ ਹੈ ਇਹਨਾਂ ਤਿੰਨਾਂ ਤੋਂ ਵੱਡੀ ਚੀਜ਼ ਕੀ ਹੈਗੀ ਹੈ ਪ੍ਰਾਈਸ ਕੰਜ਼ੰਪਸ਼ਨ ਤੇ ਐਕਸਪੈਂਡੀਚਰ ਤੋਂ ਵੱਡਾ ਕੀ ਹੈ ਬੋਲੋਗੇ ਸਾਰੇ ਬੋਲੋਗੇ ਐਕਸਪੈਂਡੀਚਰ ਵੱਡਾ ਹੈ ਨਾ ਤਾਂ ਉੱਪਰ ਵੀ ਕਿਹਨੂੰ ਰੱਖਾਂਗੇ ਆਪਾਂ ਐਕਸਪੈਂਡੀਚਰ ਥੱਲੇ ਦੋਵਾਂ ਚ ਕਿਸ ਨੂੰ ਮਰਜ਼ੀ ਰੱਖ ਲਓ ਪ੍ਰਾਈਸ ਤੇ ਕੰਜ਼ੰਪਸ਼ਨ ਕਿਧਰ ਮਰਜ਼ੀ ਰੱਖ ਲਓ ਰੱਖ ਲਿਆ ਉੱਪਰ ਰੱਖਿਆ ਐਕਸਪੈਂਡੀਚਰ ਥੱਲੇ ਕੀ ਰੱਖਿਆ ਪ੍ਰਾਈਸ ਤੇ ਕੰਜ਼ੰਪਸ਼ਨ देखो जो भी एक्सपेंडिचर करना होता है जो भी एक्सपेंडिचर करना होता दोनों किस लेवल पे देख रहे हैं दोनों किस लेवल पे देख रहे हैं सेम लेवल पे देख रहे हैं तो सेम लेवल का मतलब क्या होगा सेम लेवल लिखा है ਜਦੋਂ ਹੁਣ ਮੈਂ ਪ੍ਰਾਈਸ ਕਰਨਾ ਜੋ ਮੁੱਲ ਕਰਨਾ ਐਕਸਪੈਂਡੀਚਰ ਦੇ ਥੱਲੇ ਕੀ ਦੇਖ ਰਿਹਾ ਮੈਨੂੰ ਐਕਸਪੈਂਡੀਚਰ ਦੇ ਥੱਲੇ ਕੀ ਦੇਖ ਰਿਹਾ ਕੰਜ਼ੰਪਸ਼ਨ ਪ੍ਰਾਈਸ ਬਰਾਬਰ ਕੀ ਹੋਊਗਾ ਐਕਸਪੈਂਡੀਚਰ ਅਪਨ ਕੰਜ਼ੰਪਸ਼ਨ ਜਦੋਂ ਮੈਂ ਕੀ ਕਰਨੀ ਹੈ ਕੰਜ਼ੰਪਸ਼ਨ ਕਰਨੀ ਹੈ ਤਾਂ ਮੈਨੂੰ ਐਕਸਪੈਂਡੀਚਰ ਦੇ ਥੱਲੇ ਕੀ ਦਿਖ ਰਿਹਾ ਹੈ ਪ੍ਰਾਈਸ ਤਾਂ ਮੈਨੂੰ ਇੱਕ ਚੀਜ਼ ਹੈ ਕੰਜ਼ੰਪਸ਼ਨ ਬਰਾਬਰ ਕੀ ਆ ਜਾਊਗਾ ਐਕਸਪੈਂਡੀਚਰ ਕੋਣ ਪ੍ਰਾਈਸ ਬਸ ਆ ਯਾਦ ਰੱਖ ਲਿਓ ਟ੍ਰਾਇੰਗਲ ਦੀ ਤੁਹਾਡੇ ਫਾਰਮੂਲੇ ਕਿੰਨਾ ਹੋ ਗਿਆ
the price of wheat is increased by 20%, so that Sohan has decreased its consumption by 20%. What is the percentage of expenditure change of wheat? कितना हो गया? एक वध के 5 सी ਤਾਂ ਇੱਕ ਵਧ ਕੇ ਕਿੰਨਾ ਹੋ ਗਿਆ? 6। ਆਈ ਕਹਿੰਦੇ ਨੇ 100 ਤੋਂ 120 ਜਾਂ 5 ਤੋਂ 6। ਅਥਰ ਜਿਹੜਾ 5 ਹੈ ਉਹਦੇ ਵਿੱਚ 1 ਜੁੜ ਗਿਆ, ਕਿੰਨਾ ਹੋ ਗਿਆ? 6। ਹੁਣ ਕੰਜ਼ੰਪਸ਼ਨ ਹੈ ਜਿਹੜੀ ਖਪਤ ਹੈ, ਪਹਿਲਾਂ 5 ਸੀ ਤਾਂ 1 ਘਟ ਕੇ ਕਿੰਨੀ ਰਹਿ ਗਈ? 4। ਪਹਿਲਾਂ 5 ਸੀ ਤਾਂ 1 ਘਟ ਕੇ ਕਿੰਨੀ ਰਹਿ ਗਈ? 4। ਇੱਕ ਹੀ ਰਹਿ ਗਈ 5:100। ਆਈ ਸੀ ਕਿ ਹੁਣ ਦੇਖੋ ਆਪਾਂ ਕੀ ਕਹਿੰਦੇ ਨੇ, ਪਰ ਆਪਣਾ ਪੁਰਾਣਾ ਪ੍ਰਾਈਸ ਹੈ, 올ਡ ਹੈਗਾ, ਆ ਨਵਾਂ ਪ੍ਰਾਈਸ ਹੈਗਾ। ਤੇ ਇਹ 올ਡ ਕੰਜ਼ੰਪਸ਼ਨ ਹੈ ਤੇ ਇਹ ਕੀ ਹੈ? ਨਵੀਂ ਕੰਜ਼ੰਪਸ਼ਨ। ਜੋ ਪ੍ਰਾਈਸ ਨੂੰ ਕੰਜ਼ੰਪਸ਼ਨ ਨਾਲ ਗੁਣਾ ਕਰਦਾ ਤਾਂ ਆਪਣੇ ਕੋਲ ਕੀ ਆਉਂਦਾ ਹੈ? ਐਕਸਪੈਂਡੀਚਰ। ਪਹਿਲੇ ਵਾਲੇ ਪ੍ਰਾਈਸ ਨੂੰ ਪਹਿਲੇ ਵਾਲੀ ਕੰਜ਼ੰਪਸ਼ਨ ਨਾਲ ਗੁਣਾ ਕਰਕੇ ਕਿੰਨਾ ਆ ਗਿਆ? ਪਹਿਲੇ ਵਾਲੇ ਨਵੇਂ ਵਾਲੇ ਪ੍ਰਾਈਸ ਨੂੰ ਨਵੇਂ ਵਾਲੀ ਕੰਜ਼ੰਪਸ਼ਨ ਨਾਲ ਗੁਣਾ ਕਰਕੇ ਕਿੰਨਾ ਆ ਗਿਆ? ਪਹਿਲਾਂ ਉਹ 25 ਖਰਚ ਲਿਆ ਸੀ, ਹੁਣ ਕਿੰਨਾ ਖਰਚ ਲਿਆ? 24। ਕਿੰਨਾ ਘਟਾਤਾ ਉਹਨੇ ਖਰਚਾ? 1। ਕਿੰਨਾ ਘਟਾਤਾ? 1। ਕਿੰਦੇ ਉੱਪਰ? 25। ਪੁਰਾਣੇ ਦੇ ਉੱਤੇ। ਹਮੇਸ਼ਾ ਕਿਹਦੇ ਦੇ ਉੱਤੇ ਘਟਦਾ ਵੱਧਦਾ ਹੈ? ਪੁਰਾਣੇ ਦੇ ਉੱਤੇ। ਬਟਾ 25 ਗੁਣਾ ਤਾਂ ਕਿੰਨੇ ਪਰਸੈਂਟ ਆ ਜਾਊਗਾ? 4% एक्सपेंडिचर की हो गया, डिक्रीज हो गया। अब मेरे क्वेश्चन का क्या है? दोबारा बता देना, नोट कर लो एक बार। प्राइस ऑफ एन आर्टिकल is increased by 30%, so that RAM is decreased his consumption by 20%. Find his percentage of expenditure change. percent 30% ਦੀ ਫ੍ਰੈਕਸ਼ਨ 3 ਬਟਾ 10 ਤੋਂ ਕਿੰਨਾ ਹੋ ਗਿਆ? 13। 10 ਤੋਂ ਕਿੰਨਾ ਹੋ ਗਿਆ? ਜਿਹੜੀ ਕੰਜ਼ੰਪਸ਼ਨ ਸੀ, ਕੰਜ਼ੰਪਸ਼ਨ ਕਿੰਨੇ ਪਰਸੈਂਟ ਘਟੀ ਸੀ? 20%। 20% ਘਟੀ ਸੀ। ਕਿੰਨੀ ਹੁੰਦੀ 1/5 1 ਬਟਾ 5। 5 ਤੋਂ ਕਿੰਨੀ ਰਹਿ ਗਈ? 4। ਉਹਨਾਂ ਕਰ ਲਓ ਕਿੰਨਾ ਆ ਗਿਆ? 52। ਪ੍ਰਾਈਸ ਗੁਣਾ ਕੰਜ਼ੰਪਸ਼ਨ ਐਕਸਪੈਂਡੀਚਰ ਆ ਗਿਆ। ਇਹ 50 ਆ ਗਿਆ, ਉਹ ਕਿੰਨਾ ਆ ਗਿਆ? 52। ਕਿੰਨਾ ਵਧਿਆ? 2। ਕਿੰਨੇ ਤੇ? 50 ਤੇ ਗੁਣਾ ਤਾਂ ਕੱਟਾਂ ਨੂੰ ਕਿੰਨਾ ਹੋਊਗਾ? 4% ਖਰਚਾ ਕੀ ਹੋ ਗਿਆ? ਵੱਧ ਗਿਆ। ਕੀ ਹੋ ਗਿਆ? ਵੱਧ ਗਿਆ। अगला क्वेश्चन लिखोगे। The price of an article is increased by 50%. 50%. By what percent? Must
its consumption be reduced so as to keep the same expenditure on its consumption मतलब कि जे किसी वस्तु का मुल 50% वध गया, एक कोई पर्सन आपदी खर्चे नूं सेम रखना चाहता तो उन्होंने आपदी कंजम्पशन कितनी घटानी पड़ेगी क्वेश्चन है प्राइस गुना कंजम्पशन बराबर की इंदा एक्सपेंडिचर ਹੁੰਦਾ ही गल ਹੁੰਦੀ ਹੁਣ ਦੇਖੋ ਮੇਰੇ ਕੋਲ ਨਾ ਦੋ ਵਾਰ ਦੀ ਗੱਲ ਕਰ ਰਿਹਾ, दो चीज़ा लें चलो दोवें टाइम ते मेरे को जेब च 450 फ्री करना है 450 है 450 दोवें टाइम ते की है सेम है पैसे मेरे को एक टाइम एक चीज़ लें चलाऊँ भी 450 दूसरी टाइम मैं 450 कटना एक पहले वाली चीज़ का रेट है 150 रुपये किलो 150 रुपये किलो तो दूसरी वाली चीज़ का है 90 रुपये किलो तो किन्ने किलो चीज़ आऊगी पहले वाली किन्ने किलो आऊगी 450 रुपये है 150 रुपये किलो चीज़ है तो किन्ने किलो चीज़ आऊगी 3 किलो दूसरी वाली कितनी आऊगी डिवाइड कर सकते हैं कितने किलो आती है ਹੁਣ ਇੱਥੇ ਦੇਖੋ ਇੱਥੇ ਕੀ ਚੀਜ਼ ਸੇਮ ਹੈ ਗਿਆ एक्सपेंडिचर ਖਰਚਾ ਆਪਣਾ ਸੇਮ ਹੈ ਐਕਸਪੈਂਡੀਚਰ ਸੇਮ ਹੈ ਜਿਹੜਾ ਇਸ ਕੁਐਸਚਨ ਚ ਬੋਲਿਆ ਗਿਆ ਤਾਂ ਐਕਸਪੈਂਡੀਚਰ ਜ਼ੀਰੋ ਵੀ ਸੇਮ ਹੁੰਦਾ ਤਾਂ ਆਪਾਂ ਕੀ ਕਰਨੀ ਹੈ ਪ੍ਰਾਈਸ ਦੀ ਰੇਸ਼ੋ ਬਣਾਉਣੀ ਹੈ ਪ੍ਰਾਈਸ ਦੀ ਰੇਸ਼ੋ ਕੀ ਬਣੂਗੀ ਆਪਣੀ 150 ਰੇਸ਼ੋ 90 ਕੱਟੂਗਾ 0 ਨਾਲ 0 ਗਈ ਆ 5 ਰੇਸ਼ੋ मतलब मेरे मूल प्राइस ਦੀ ਰੇਸ਼ੋ ਕੀ ਆ ਗਈ 5 ਰੇਸ਼ੋ 3 ਆ ਗਈ ਤੇ ਜਿਹੜੀ ਕੰਜ਼ੰਪਸ਼ਨ ਦੀ ਰੇਸ਼ੋ ਮੇਰੀ ਕੀ ਹੈ 3 ਰੇਸ਼ੋ 5 ਕੀ ਦਿਖ ਰਿਹਾ रिवर्स है की है कादी प्राइस दी रेशो कंजम्पशन दी रेशो एक दूसरे दे की है रिवर्स है की कदों जदों भी खर्चा सेम होगा जदों भी एक्सपेंडिचर की होगा सेम होगा ता जेडी प्राइस दी रेशो है मान लो x रेशो y है ता कंजम्पशन दी हमेशा की होगी y रेशो x आई पक्का होगा ऐसा ही क्वेश्चन बनना ठीक है ता हुन अपन क्वेश्चन दे विच की आख्या सीगा प्राइस कितने परसेंट ਵਧਿਆ प्राइस ਵਧਿਆ 50% ਤਾਂ 50% ਦੀ ਫ੍ਰੈਕਸ਼ਨ 1/2 2 ਤੋਂ ਕਿੰਨਾ ਹੋ ਗਿਆ ਰੇਟ ਥੱਲੇ ਵਾਲੇ 2 ਤੋਂ 1 ਐਡ ਹੋ ਕੇ ਕਿੰਨਾ ਹੋ ਗਿਆ 3 ਤਾਂ ਕੰਜ਼ੰਪਸ਼ਨ ਦੀ ਰੇਸ਼ੋ ਕੀ ਆ ਗਈ ਕਿਉਂਕਿ ਉਹਨਾਂ ਨੇ ਕਿਹਾ ਪ੍ਰਾਈਸ ਕੀ ਹੈ ਸੇਮ ਖਪਤ ਕਿੰਨੀ ਘਟ ਗਈ ਕਿੰਦੇ ਉੱਪਰ ਪੁਰਾਣੇ ਦੇ ਉੱਤੇ ਹੁਣਾ ਤਾਂ 33.33% ਕੀ ਕਰ ਗਈ ਖਪਤ घट गई आ मेरे क्वेश्चन का आंसर है कुछ नहीं बस आई करता हूं रेशो पुठी करी दिया और कुछ नहीं करेगा अब देखो दोबारा दस रहा प्राइस की सीगा द प्राइस ऑफ व्हीट इंक्रीज बाय 20% increase by 20% and a family reduce the consumption of that wheat by 10 kg such that their expenditure remain same what is their initial consumption of wheat प्राइस बचा सी 20% की फ्रैक्शन कितनी हुई है 500 कितना हो गया जो खर्चा सेम है तो कंजम्पशन की रेशो क्या होगी 605 अपने को कंजम्पशन कितनी घटी है अपने को
ਤੇ क्वेश्चन ਦੇ ਅਕੋਰਡਿੰਗ 1 यूनिट ਦੀ ਵੈਲਿਊ 10 ਕਿਲੋ ਆ ਗਈ 6 यूनिट ਦੀ ਵੈਲਿਊ ਕਿੰਨੀ ਆਊਗੀ 6 ਗੁਣਾ 10 ਕਿੰਨੀ ਆ ਜੂਗੀ 60 ਕਿਲੋ ਸਟਾਰਟਿੰਗ ਵਾਲੀ ਪੁੱਛੀ ਸੀ ਤਾਂ 60 ਕਿਲੋ ਆਊਗੀ ਘਟੇ ਬਾਅਦ ਔਰ ਹੁਣ ਵਾਲੀ ਪੁੱਛੀ ਤਾਂ ਕਿੰਨੀ ਆਊਗੀ 5 ਗੁਣਾ 10 ਕਿੰਨੀ ਆ ਜੂਗੀ reduction in the price of reduction in the price of an article by 20% by 20% one can able to buy 4.5 kg to 4.5 kg extra then find the actual consumption of product हो गया जी 5 तो कितना हो गया 4 ਤੇ ਕੰਜ਼ੰਪਸ਼ਨ ਕੀ ਹੋ ਜਾਂਦੀ 4:5 ਕਿੰਨੀ ਵਧੀ ਹੈ ਇੱਕ ਵਧੀ ਹੈ ਆਪਣੇ ਕੋਲ ਕੁਐਸਚਨ ਦੀ ਕੋਣੀ ਕਿੰਨੀ ਵਧੀ ਹੈ 4.5 ਕੇ ਤਾਂ ਉਹਨਾਂ ਨੇ origignal ਪੁੱਛੀ 4 ਗੁਣਾ 4.5 ਕਰ ਲਓ ਕਿੰਨਾ ਆਊਗਾ 18 ਕਿਲੋ ਕਿੰਨੀ ਆ ਜੂਗੀ 18 ਕਿਲੋ ਜੇ ਬਾਅਦ ਵਾਲੀ ਪੁੱਛੀ ਹੁੰਦੀ ਕਿੰਨੀ ਆਉਂਦੀ 5 ਤੇ ਗੁਣਾ 4.5 ਕਿਲੋ price of salt is decreased by 30%. 28% का 28%. By how much percent? Should Sanjay increase his consumption of salt so that his expenditure would only decrease by 1%. कितना रहेगा हो 25 तो कितना रहेगा जरा खर्चा सी एक्सपेंडिचर सी वो कितने परसेंट घटा सी 1% मतलब 1/100 तो कितना रहेगा 99 आगे क्या ਹੁਣ ਆਪਣੇ ਕੋਲ ਐਕਸਪੈਂਡੀਚਰ ਵੀ ਪਤਾ ਹੈ ਪ੍ਰਾਈਸ ਵੀ ਪਤਾ ਹੈ ਕੰਜ਼ੰਪਸ਼ਨ ਦਾ ਆਪਾਂ ਕੀ ਕਰਕੇ ਅਸੀਂ ਕੀ ਕਰਨਾ ਹੁੰਦਾ ਆਪਾਂ एक्सपेंडिचर डिवाइड प्राइस ਐਕਸਪੈਂਡੀਚਰ ਡਿਵਾਈਡ ਕੀ ਆਉਂਦਾ ਹੈ ਆਈ ਚੀਜ਼ ਹੁੰਦੀ ਹੈ ਹੁਣ ਕੀ ਕਰਦੇ ਆ ਆਪਾਂ ਐਕਸਪੈਂਡੀਚਰ ਦੀ ਰੇਸ਼ੋ ਨੂੰ ਉੱਤੇ ਰੱਖ ਲੈਂਦੇ ਆ ਕਿੰਨਾ ਹੈ 100:99 ਤੇ ਪ੍ਰਾਈਸ ਦੀ ਰੇਸ਼ੋ ਨੂੰ ਥੱਲੇ ਰੱਖ ਲੈਂਦੇ ਕੀ ਆ ਜਾਊਗਾ ਆਪਣੇ ਕੋਲ 25:18 ਉਹਨਾਂ ਨੂੰ ਡਿਵਾਈਡ ਕਰਾਂਗੇ ਤਾਂ ਆਪਣੇ ਕੋਲ ਕੀ ਆ ਜਾਊਗੀ 4 ਕੰਜ਼ੰਪਸ਼ਨ ਐਂਡ ਡਿਵਾਈਡ ਕਰਾਂਗੇ ਤਾਂ ਕਿੰਨਾ ਆ ਜਾਊਗਾ ਆਪਣੇ ਕੋਲ 4 ਇਹ ਆ ਜਾਊਗਾ 2 ਆ ਜਾਊਗਾ ਇਹ ਆ ਜਾਊਗਾ 11 ਇਹ 4:2 ਬਟਾ ਆਹੀ ਹੈ ਇਹਨੂੰ ਕੀ ਕਰ ਲਓ ਉੱਤੇ ਮਲਟੀਪਲਾਈ ਕਰ ਲਓ ਸਿੰਪਲੀਫਾਈ ਕਰਨਾ ਤੇ ਪੁਆਇੰਟ ਐਸ ਵੀ ਜਾਣਾ ਤੇ ਕਿੰਨਾ ਆ ਗਿਆ ਇਹ 8:11 ਕਿੰਨਾ ਵੱਧ ਗਿਆ ਕੰਜ਼ੰਪਸ਼ਨ 3 ਕਿੰਦੇ ਉੱਪਰ 8 ਦੇ ਉੱਤੇ ਗੁਣਾ ਤਾਂ ਕਿੰਨਾ ਵੀ ਹੈ 37% ਕੰਜ਼ੰਪਸ਼ਨ ਕੀ ਹੋਗੀ ਇਨਕਰੀਜ਼ ਹੋ ਗਿਆ ਮੇਰੇ ਕੁਐਸਚਨ ਦਾ ਕੀ ਆ ਜਾਊਗਾ नोट कर लो दोबारा is increased by 35% due to which Rohan's family consume 5.4 kg less wheat,
show their expenditure will only increase by 7%. Find their original consumption of wheat. तो कितना हो गया 107। जरा प्राइस कितने परसेंट घटिया वजह से 35% घटिया के वजह से इंक्रीज हुआ 35% की वजह से इंक्रीज हुआ से तक अगर 35 बटा 100 कटांगे तक 7 बटा 20 अब b तो कितना हो गया ये 27 b तो कितना हो गया कड़ी चीज देखिए उन्होंने डिवाइड करना ਆਪਾਂ डिवाइड करांगे ਤਾਂ ਕਿੰਨਾ ਜੋ ਕੰਜ਼ੰਪਸ਼ਨ ਕੀ ਆ ਜੂਗੀ ਇਹ ਆ ਜੋ ਆਪਣੇ ਕੋਲ 5 ਆ ਜੂਗਾ 5 ਦੇ ਰੇਸ਼ੋ 107 ਬਟਾ 27 ਉੱਤੇ ਗੁਣਾ ਕਰ ਲਓ ਆਪਣੇ ਸਿੰਪਲੀਫਾਈ ਕਰਨਾ ਤੇ ਕੀ ਆ ਜੂਗਾ ਆਪਣੇ ਕੋਲ 135 ਰੇਸ਼ੋ 107 ਆ ਗਿਆ ਹੁਣ ਆਪਣੇ ਕੋਲ ਕੰਜ਼ੰਪਸ਼ਨ ਕਿੰਨੀ ਘਟ ਗਈ 28 ਘਟ ਗਈ ਆਪਣੇ ਕੋਲ ਕੰਜ਼ੰਪਸ਼ਨ ਕਿੰਨੀ ਘਟ ਗਈ 28 ਪਰ ਕੁਐਸਚਨ ਦੇ ਕੋਲ ਕਿੰਨੀ ਘਟੀ ਹੈ 2.4 22.4 ਤਾਂ 1 ਯੂਨਿਟ ਦੀ ਵੈਲਿਊ ਆਊਗੀ 22.4 ਬਟਾ 28 ਇਹ ਆਊਗਾ 0.8 ਕੈਲਕੂਲੇਟ ਕਰ ਲਈ 0.8 ਆਊਗਾ 22.4 ਨੂੰ ਪੁਆਇੰਟ ਡਾਲੀ ਥੱਲੇ 10 ਆ ਜਾਊਗਾ ਇਹ ਹੈਗਾ 28 ਹੈਗਾ 28 ਦੇ ਟੇਬਲ ਤੇ ਕੱਟੋਗੇ 8 ਆ ਜਾਊਗਾ 8 ਬਟਾ 10 0.8 ਹੀ ਹੁੰਦਾ ਹੈ 0.8 ਆ ਜਾਊਗਾ ਉਸ ਤੋਂ ਬਾਅਦ ਦੇਖੋ ਆਪਾਂ ਕੀ ਕਰਨਾ ਅੱਗੇ ਪੁੱਛਿਆ ਕੀ ਇਹਨਾਂ ਨੇ सर इनिशियल कंजम्पशन स्टार्टिंग ओरिजिनल कंजम्पशन 135 की वैल्यू कटांगे 135 गुना 8 बटा 10 कर लो चाहे 0.8 कर लो 8 बटा 10 ही कर लो चाहे 5 आ गया 4 आ गया ये आ गया 27 आ गया 27 गुना 54 54 गुना 108 केजी आइए यस 108 किलो की ओरिजिनल कंजम्पशन सी आ मेरे को क्वेश्चन पूछा गया था दोबारा रिपीट कर देना लिखो प्राइस ऑफ wheat is decreased by 15% due to which a family can buy 20 kg more wheat for rupees 2720 फाइंड चार चीज़ें फाइंड करनी है पहला लिखोगे ओरिजिनल कंजम्पशन सेकंड लिखोगे करंट कंजम्पशन थर्ड लिखोगे ओरिजिनल प्राइस चौथा कटोगे करंट प्राइस प्राइस का कैसे 15% ਨੂੰ ਕੀ ਲਿਖਾਂਗੇ 15 ਬਟਾ 100 ਕੱਟ ਕੇ ਕਿੰਨਾ ਆ ਜਾਊਗਾ 3 ਬਟਾ 20 ਤੋਂ ਕਿੰਨਾ ਰਹੇਗਾ 20 ਤੋਂ ਕਿੰਨਾ ਰਹੇਗਾ ਉਹ ਕਹਿੰਦੇ ਇੱਕ ਪਰਸਨ ਹੈ ਕਿੰਨੇ ਕਿਲੋ 20 ਕਿਲੋ ਘੱਟ ਲਿਆਂਦਾ 20 ਕਿਲੋ ਵੱਧ ਲਿਆਂਦਾ ਹੈ ਕਿੰਨੇ ਰੁਪਏ ਚ 2720 मतलब वो पहला भी 2720 खर्चा ਹੁਣ ਵੀ ਕਿੰਨੇ ਖਰਚਿਆ ਉਹ 2720 ਇਹਦਾ ਮਤਲਬ ਇਹ ਹੈ ਵੀ 2720 ਰੁਪਏ ਚ ਜੇ 20 ਕਿਲੋ ਵੱਧ ਲਿਆ ਰਿਹਾ ਨਾ ਪਹਿਲਾ ਸਟਾਰਟਿੰਗ ਚ ਵੀ 2720 ਰੁਪਏ ਖਰਚਾ ਸੀ ਹੁਣ ਵੀ ਕਿੰਨੇ ਖਰਚਿਆ ਉਹ 2720 मतलब कि ਇੱਥੇ ਵੀ ਹੁੰਦਾ ਐਕਸਪੈਂਡੀਚਰ ਕਿੰਨਾ ਸੀ 2720 ਸੀ ਤੇ ਇੱਥੇ ਵੀ ਕਿੰਨਾ ਸੀ 2720 तो जो एक्सपेंडिचर सेम है प्राइस ਦੀ ਰੇਸ਼ੋ ਆਇਆ ਤਾਂ ਕੰਜ਼ੰਪਸ਼ਨ ਦੀ ਰੇਸ਼ੋ ਕੀ ਹੋਊਗੀ रिवर्स ਸਾਰਾ ਰੇਸ਼ੋ ਵੀ ਕਿੰਨੀ ਵੱਧ ਗਈ ਕੰਜ਼ੰਪਸ਼ਨ 3 ਆਪਣੇ ਕੋਲ ਕਿੰਨੀ ਵਧੀ ਹੈ ਪਰ ਕੁਐਸਚਨ ਦੇ ਕੋਲ ਕਿੰਨੀ ਵਧੀ ਹੈ ਕੁਐਸਚਨ ਦੇ ਕੋਲ ਕਿੰਨੀ ਵਧੀ ਹੈ 20 ਕਿਲੋ ਤਾਂ 1 ਯੂਨਿਟ ਦੀ ਵੈਲਿਊ ਕੀ ਹੋਊਗੀ 20/3 ਆ ਜਿਹੜੀ ਰੇਸ਼ੋ ਆ ਕਿਹੜੀ ਹੈ ਪੁਰਾਣੇ ਵਾਲੀ ਹੈ ਆ ਕਿਹੜੀ ਹੈ ਨਵੀਂ ਵਾਲੀ ਆ ਜਿਹੜੀ 17 ਹੈਗੀ ਪੁਰਾਣੇ ਵਾਲੀ ਤੇ 20 ਕਿਹੜੀ ਹੈ ਨਵੇਂ ਵਾਲੀ ਪਹਿਲਾਂ ਉਹਨਾਂ ਨੇ ਕੀ ਪੁੱਛਿਆ ਪੁਰਾਣੀ ਕੰਜ਼ੰਪਸ਼ਨ ਪੁੱਛੀ ਹੈ
ओरिजिनल कंजम्पशन पूछी है तो 1 यूनिट की वैल्यू पता 17 दी कटांगे 17 गुना 20 बटा 3 ताकि ना आगे 340 बटा 3 किलो की आगे अपनी पुरानी कंजम्पशन आ गई सारा पहला काम था पहले क्वेश्चन का आंसर आ गया अपने को 340 बटा 3 केजी की आ गया अपने को पुरानी कंजम्पशन नवी देखिए नवी वास्ते करांगे 20 गुना 20 बटा 3 ਤਾਂ ਕਿੰਨੀ ਆ ਜੂਗੀ 400 बटा 3 केजी ਆ ਕਿੰਨੀ ਆ ਜੂਗੀ 400 बटा 3 केजी दो क्वेश्चन ਦੇ ਆਨਸਰ ਮਿਲ ਗਏ ਪਹਿਲੇ ਦਾ ਪਹਿਲਾ ਆਪਾਂ ਨੂੰ ਪੁੱਛਿਆ origignal ਕੰਜੰਪਸ਼ਨ ਦੁਆਰਾ ਦੱਸ ਰਿਹਾ ਰੇਟ ਕਿੰਨਾ ਘਟਿਆ ਸੀ 15% 15% ਦੀ ਫ੍ਰੈਕਸ਼ਨ 3/20 20 ਤੋਂ ਕਿੰਨਾ ਹੋ ਗਿਆ 17 2700 भी पहला खर्चा 2700 भी बाद च खर्चा है ता करके अपनी कंजम्पशन दी रेशो की होगी 17/20 कितनी बदी है 3 बदी है पर क्वेश्चन च कितनी बदी है देखिए 1 यूनिट की वैल्यू होगी 20 बटा 3 तो 17 की कितनी होगी 17 गुना 20 बटा 3 कितनी आएगी 340 बटा 3 किलो ते 20 दी 20 गुना 20 बटा 3 कितनी आ जाओ 400 बटा 3 ये अपनी दो क्वेश्चन आ गए पहला भी जिन्हां दे आंसर पूछे सन अगला क्वेश्चन अपने को ओरिजिनल प्राइस पूछा है ओरिजिनल प्राइस पूछा है अपन टोटल खर्चा पता है टोटल खर्चे को मैं डिवाइड कर दूंगा टोटल कंजम्पशन तो मेरे को क्या होगा 2720 बटा 340 बटा 3 वो कितने चल जाऊगा गुणा 3 चल जाऊगा गुणा 3 चल जाऊगा आ जीरो ना मेरी जीरो जाऊगी आ घटा जाऊगा कितने थे 8 थे 8 दिया कितना जाऊगा 24 रुपए किलो की आ जाऊगी मेरे को पुराना प्राइस आ जाऊगा ओरिजिनल प्राइस है 24 रुपए किलो क्योंकि अपना एक्सपेंडिचर अपॉन कंजम्पशन की अंदर प्राइस होना उन्हों में एक्सपेंडिचर अपने को 2720 है चीज ले आ रहे हैं आप 400 बटा 3 किलो बटा 400 बटा 3 सीगा गुना 3 चला गया 0 ना 0 की 4 देने पते कटांगे तो ये आ जाऊगा 6.8 एन 0 ना 6.8 ये आ जाऊगा अपने को 20.4 रुपीस पर केजी चार चीजें पूछे चारों काटियां पहला आपने पूछा सीगा और देख लो दोबारा दस रहा क्वेश्चन दे विच क्या कहेगा प्राइस घटया सीगा 20 तो कितना आया 17 ਤਾਂ ਕੰਜ਼ੰਪਸ਼ਨ ਦੀ ਰੇਸ਼ੋ ਕੀ ਹੋਗੀ 17/20 ਤਾਂ 3 ਯੂਨਿਟ ਵਧ ਗਈ ਪਰ ਕਿੰਨੇ ਕਿਲੋ ਵਧੀ ਹੈ 20 ਕਿਲੋ 3 ਯੂਨਿਟ ਦੀ ਵੈਲਿਊ ਕਿੰਨੀ ਹੈ 20 ਕਿਲੋ 1 ਯੂਨਿਟ ਦੀ ਕੀ ਹੋਗੀ 20/3 ਟੋਟਲ ਪਹਿਲੇ ਦੀ ਕਿੰਨੀ ਆਊਗੀ 340 ਕਿਲੋ ਤੇ 17 ਗੁਣਾ ਕਰਕੇ ਹੁਣ ਵਾਲੀ 20 ਗੁਣਾ 20/3 ਕਰਾਂਗੇ ਤਾਂ ਕਿੰਨੀ ਆ ਜੂ 400/3 ਕਿਲੋ ਦੋ ਕੁਐਸਚਨ ਇਹ ਹੋ ਗਏ ਤੀਜਾ ਆਪਾਂ ਨੂੰ ओरिजिनल ਪ੍ਰਾਈਸ ਪੁੱਛਿਆ ओरिजिनल एक्सपेंडिचर ना ओरिजिनल कंजम्पशन ਨੂੰ डिवाइड ਕਰਨ ਨੂੰ ਮੇਰੇ ਕੋਲ ਕੀ ਆ ਜਾਊਗਾ ओरिजिनल प्राइस ਨਵਾਂ ਪ੍ਰਾਈਸ ਪੁੱਛਿਆ टोटल एक्सपेंडिचर ना नवी कंजम्पशन ਨੂੰ डिवाइड ਕਰਨ ਨੂੰ ਮੇਰੇ ਕੋਲ ਕੀ ਆ ਜਾਊਗਾ ਨਵਾਂ प्राइस ठीक है आ चार क्वेश्चन बनते हैं चारों नहीं पूछूंगा एग्जाम में क्वेश्चन एक ही पूछूंगा और चारों के चारों फिनिश कवर होगी तो क्वेश्चन कवर होगा आगे समझ